मैं डॉक्टर अरमनप्रीत सिंह पंजाबी लैक्चरर सरकारी सीनियर सेकेंडरी स्कूल जिला हुशियारपुर अज इस लैक्चर के राही तुहाडे वास्ते स्कूल सिक्ख्या विभाग पंजाब दे वल्लों सरकारी स्कूलों दे विच शुरू करवाए जा रहे एक नवे विषय नूं लैके हाज़र होया हाँ जिहड़ा निरोल नैतिक सिक्ख्या ते आधारित है। इस विषय का नाम है स्वागत जिंदगी। दयालु व्यक्ति मनुख दे विच अज दे युग दे विच होनी बहुत जरूरी है। दयालु व्यक्ति दयालु भावना, हमदर्दी की भावना, खिमा की भावना, दूसरे शब्दों दे विच दूजियां दे भले वास्ते काम आउणा, दूजियां दे काम आउणा साडे समाज दे विच बहुत सारे अजिहे लोग हैं जां साडी अपनी जिंदगी दे विच भी बहुत सारे इस तरह के मौके आउंदे हन जदों किते ना किते मनुख नूं दूसरे मनुख की लोड़ पैंदी है, सानूं उसकी सहायता करनी पैंदी है। पंजाब हिंदुस्तान दा भारत भर दा इक्को एक अजिहा सूबा बन गया है जिस दे सरकारी स्कूलों दे विच नैतिक सिक्ख्या नूं बच्चों की सिक्ख्या दे नाल नाल उन्हां दी जिंदगी का खूबसूरत एक हिस्सा बना दिता गया है। इस रोल प्ले नूं 3 हिस्सों दे विच वंडिया गया है और तिन्ने जिहड़ियां रोल प्ले दीयां तिन्ने झाकियां हन, पहली झाकी, दूसरी झाकी, तीसरी झाकी बड़ियां इंटरस्टिंग हन, बड़े थोड़े थोड़े समय दियां हन। सो आओ दयालु बिरती दे नाल संबंधित जिहड़ा ये रोल प्ले है इहदी पहली झाकी जिहड़ी आ ਉਹਦੇ ਵਿੱਚ ਸਾਡੇ ਸਕੂਲ ਦੇ ਵਿਦਿਆਰਥੀ ਦਿਆਲੂ ਬਿਰਤੀ ਨੂੰ ਆਪਣੇ ਵਿੱਚ ਕਿਵੇਂ ਅਰਜਿਤ ਕਰਨਗੇ ਤੇ ਬਾਕੀ ਵਿਦਿਆਰਥੀਆਂ ਨੂੰ ਉਹ ਆਪਣੀ ਪੇਸ਼ਕਾਰੀ ਦੇ ਨਾਲ ਕਿਸ ਤਰ੍ਹਾਂ ਨੈਤਿਕ ਸਿੱਖਿਆ ਦਾ ਦਿਆਲੂ ਬਿਰਤੀ ਦਾ ਮੁੱਲ ਵਿਧਾਨ ਜਿਹੜਾ ਹੈ ਉਹ ਕਿਵੇਂ ਦੱਸਣਗੇ, ਇਹ ਆਪਾਂ ਇਸ ਪਹਿਲੀ ਝਾਕੀ ਦੇ ਵਿੱਚ ਤੁਹਾਨੂੰ ਦਿਖਾਉਣ ਜਾ ਰਹੇ ਹਾਂ। ਅੱਜ ਸਵੇਰੇ ਅੰਮ੍ਰਿਤ ਬਿੰਦਰ ਪੜਨ ਸਕੂਲੇ ਆਉਂਦੇ ਸੀ, ਆਓ ਵੇਖੀਏ ਰਸਤੇ ਦੇ ਵਿੱਚ ਕੰਮ ਉਹਨਾਂ ਨੇ ਕੀਤੇ ਕੀ। ਅੱਜ ਸਵੇਰੇ ਅੰਮ੍ਰਿਤ ਬਿੰਦਰ ਪੜਨ ਸਕੂਲੇ ਆਉਂਦੇ ਸੀ, ਆਓ ਵੇਖੀਏ ਰਸਤੇ ਦੇ ਵਿੱਚ ਕੰਮ ਉਹਨਾਂ ਨੇ ਕੀਤੇ ਕੀ। ਕੰਮ ਉਹਨਾਂ ਨੇ ਕੀਤੇ ਕੀ, ਕੰਮ ਉਹਨਾਂ ਨੇ ਕੀਤੇ ਕੀ। ਕਰ ਭਲਾ ਹੋ ਭਲਾ ਅੰਤ ਭਲੇ ਦਾ ਹੈ ਭਲਾ, ਕਰ ਭਲਾ ਹੋ ਭਲਾ ਅੰਤ ਭਲੇ ਦਾ ਹੈ ਭਲਾ। ਰੁਕ ਅਮਰਤ, ਤੂੰ ਕਦੋਂ ਦਾ ਭਲੇ ਵਾਲੇ ਕੰਮ ਕਰਨੇ ਸ਼ੁਰੂ ਕਰਤੇ? ਯਾਰ ਮੇਰੀ ਦਾਦੀ ਨੇ ਮੈਨੂੰ ਇੱਕ ਰਾਤੀ ਕਹਾਣੀ ਦੱਸੀ ਸੀ, ਉਹ ਕਹਿੰਦੇ ਸੀ ਸਾਨੂੰ ਚੰਗੇ ਕੰਮ ਕਰਨੇ ਚਾਹੀਦੇ ਆ। ਤੂੰ ਚੰਗੇ ਕੰਮ ਮੇਰੇ ਤੋਂ ਹੀ ਕਰਨੇ ਸ਼ੁਰੂ ਕਰ ਦੇ ਅੱਜ। ਯਾਰ ਮੈਂ ਕੀ ਚੰਗੇ ਕੰਮ ਕਰ ਸਕਦਾ ਆ? ਤੂੰ ਮੈਨੂੰ, ਮੈਂ ਗਰੀਬ ਘਰ ਤੋਂ ਆ, ਤੂੰ ਮੈਨੂੰ ਸਾਈਕਲ ਤੇ ਲੈ ਜਾਇਆ ਕਰ ਸਕੂਲ ਨੂੰ। ਯਾਰ ਇਹ ਵੀ ਕੋਈ ਪੁੱਛਣ ਵਾਲੀ ਗੱਲ ਆ? ਤੂੰ ਬੈਠ ਮੇਰੇ ਸਾਈਕਲ ਤੇ ਕੈਰੀਅਰ ਤੇ। ਧੰਨਵਾਦ ਅਮਰਤ। ਯਾਰ ਇਹ ਕੋਈ ਧੰਨਵਾਦ ਵਾਲੀ ਗੱਲ ਨਹੀਂ ਹੈਗੀ, ਇਹ ਤਾਂ ਮੇਰਾ ਫਰਜ਼ ਆ। ਕਰ ਭਲਾ ਹੋ ਭਲਾ ਅੰਤ ਭਲੇ ਦਾ ਹੈ ਭਲਾ, ਕਰ ਭਲਾ ਹੋ। ਚੱਕ ਦੇ। ਮੈਂ ਤੈਨੂੰ ਕਈ ਵਾਰ ਕਿਹਾ ਸਾਈਕਲ ਹੌਲੀ ਚਲਾਇਆ ਕਰ, ਤੂੰ ਘੋੜੇ ਤੇ ਸਵਾਰ ਰਹਿਣਾ ਹਰੇਕ ਵੇਲੇ। ਸਖਤ ਨਹੀਂ ਲੱਗੀ ਤੇਰੇ? ਨਹੀਂ ਠੀਕ ਆ ਨਾ? ਕੱਪੜੇ ਜਾ ਚੱਲ, ਕੋਈ ਨਹੀਂ ਹੌਲੀ ਚਲਾਇਆ ਕਰ। ਕੋਈ ਨਹੀਂ ਭਾਜੀ, ਅੱਗੇ ਤੋਂ ਹੌਲੀ ਚਲਾਇਆ ਕਰੂੰਗਾ। ਧੰਨਵਾਦ ਭਾਜੀ ਤੁਹਾਡਾ। ਹੌਲੀ ਚਲਾਇਆ ਕਰ। ਕੋਈ ਨਹੀਂ, ਅੱਗੇ ਤੋਂ ਹੌਲੀ ਚਲਾਇਆ ਕਰੂੰਗਾ ਭਾਜੀ। ਠੀਕ ਹੈ। ਕਾਲੀ ਨਹੀਂ ਕਰਨੀ ਕਦੀ। ਕਾਲੀ ਨਹੀਂ ਕਰਨੀ। ਠੀਕ ਹੈ ਭਾਜੀ। ਆ ਲੈ ਆਪਣਾ ਸਾਈਕਲ ਭਾਜੀ ਦਾ ਚੱਕਣ। ਅਸੀਂ ਇਸ ਪਹਿਲੀ ਝਾਕੀ ਵਿੱਚ ਵੇਖਿਆ ਹੈ ਕਿ ਸਾਡੇ ਸਕੂਲ ਦੇ ਵਿਦਿਆਰਥੀ ਆਪਣੇ ਸਹਿਪਾਠੀਆਂ ਦੀ ਜੇ ਕਿਧਰੇ ਜ਼ਰੂਰਤ ਪੈਂਦੀ ਹੈ ਤੇ ਉਹ ਇੱਕ ਉਸ ਬੱਚੇ ਦੀ ਸਹਾਇਤਾ ਆਪਣੇ ਸਾਈਕਲ ਦੇ ਉੱਤੇ ਬਿਠਾ ਕੇ ਜਾਂ ਰੋਜ਼ ਲਿਆ ਕੇ ਸਹਾਇਤਾ ਕਰਦਾ ਹੈ, ਆਪਣੀ ਦਿਆਲਤਾ ਦਿਖਾਉਂਦਾ ਹੈ, ਆਪਣੀ ਹਮਦਰਦੀ ਦਿਖਾਉਂਦਾ ਹੈ। जिस बच्चे कोल
ਗਰੀਬ ਬੱਚੇ ਕੋਲ ਸਾਈਕਲ ਦੀ ਸੁਵਿਧਾ ਨਹੀਂ ਹੁੰਦੀ। ਇਹ ਇੱਕ ਦੂਸਰੇ ਦੇ ਕੰਮ ਆਉਣ ਦੀ ਜਿਹੜੀ ਪ੍ਰਵਿਰਤੀ ਹੈ ਉਸ ਨੂੰ ਦਿਆਲੂ ਪ੍ਰਵਿਰਤੀ ਨੂੰ ਜਿਹੜਾ ਹੈ ਉਹ ਉਜਾਗਰ ਕਰਦਾ ਹੈ। ਇਸੇ ਤਰ੍ਹਾਂ ਇਸੇ ਪਹਿਲੀ ਝਾਕੀ 'ਚ ਤੁਸੀਂ ਦੇਖਿਆ ਕਿ ਇੱਕ ਬੱਚਾ ਥੋੜਾ ਤੇਜ਼ ਸਾਈਕਲ ਚਲਾ ਕੇ ਆ ਰਿਹਾ ਹੈ ਤੇ ਉਹ ਉਹਨਾਂ ਨੂੰ ਕ੍ਰਾਸ ਕਰਦਾ ਹੋਇਆ, ਉਹਨਾਂ ਨੂੰ ਪਾਸ ਕਰਦਾ ਹੋਇਆ ਅਚਨਚੇਤ ਉਹ ਡਿੱਗ ਪੈਂਦਾ ਹੈ। ਤੇ ਇੱਥੇ ਸਾਡਾ ਮਨੁੱਖੀ ਫਰਜ਼ ਬਣ ਜਾਂਦਾ ਹੈ ਕਿ ਆਪਾਂ ਕਿਸੇ ਡਿੱਗਦੇ ਹੋਏ ਮੁਸਾਫਰ ਨੂੰ, ਮਨੁੱਖ ਨੂੰ ਜੇ ਉਹਦੇ ਸੱਟ ਚੁੱਟ ਨਾ ਲੱਗੇ ਤੇ ਆਪਾਂ ਯਕਦਮ ਉਹਦੀ ਸੁਰੱਖਿਆ ਲਈ, ਉਹਦੇ ਭਲੇ ਵਾਸਤੇ ਆਪਾਂ ਉਹਨੂੰ ਉਠਾਉਣਾ ਸਾਡਾ ਇਹ ਮਨੁੱਖੀ ਸਾਡਾ ਫਰਜ਼ ਬਣਦਾ ਹੈ। ਦੂਸਰੀ ਝਾਕੀ ਤੁਹਾਡੇ ਲਈ ਹਾਜ਼ਰ ਹੈ ਤੇ ਇਸ ਦੇ ਨਾਲ ਸਾਡਾ ਸੂਤਰਧਾਰ ਕੀ ਕਹਿੰਦਾ ਆ ਉਹਦੀ ਵੀ ਗੱਲ ਸੁਣੀਏ। ਆਓ ਦੂਸਰੀ ਝਾਕੀ ਵੱਲ ਤੁਰੀਏ। ਦੋ ਭਲੇ ਦੇ ਕਾਰਜ ਕਰਕੇ ਅੰਮ੍ਰਿਤ ਬਿੰਦਰ ਆਏ ਸਕੂਲੇ, ਜਰਾ ਦਿਮਾਗ ਲਗਾ ਕੇ ਸੋਚੋ ਮੈਡਮ ਜੀ ਨੂੰ ਕੀ ਕੀ ਬੋਲੇ। ਦੋ ਭਲੇ ਦੇ ਕਾਰਜ ਕਰਕੇ ਅੰਮ੍ਰਿਤ ਬਿੰਦਰ ਆਏ ਸਕੂਲੇ, ਜਰਾ ਦਿਮਾਗ ਲਗਾ ਕੇ ਸੋਚੋ ਮੈਡਮ ਜੀ ਨੂੰ ਕੀ ਕੀ ਬੋਲੇ। ਅੰਤ ਭਲੇ ਦਾ ਹੈ ਭਲਾ, ਕਰ ਭਲਾ ਹੋ ਭਲਾ, ਅੰਤ ਭਲੇ ਦਾ ਹੈ ਭਲਾ। ਗੁੱਡ ਮਾਰਨਿੰਗ ਬੈਨ। ਲੈ ਮੈਡਮ ਜੀ ਫਾਈਲਾਂ ਸਾਨੂੰ ਫੜਾ ਕੋਈ ਗੱਲ ਨੀ ਬੇਟੇ, ਮੈਡਮ ਜੀ ਕੋਈ ਨਹੀਂ, ਸਾਡੇ ਦਾਦੀ ਸਾਡੀ ਮੈਡਮ ਜੀ ਫੜਾ ਦਿਓ ਫਾਈਲਾਂ ਸਾਨੂੰ ਫੜਾ ਦਿਓ। ਕੋਈ ਗੱਲ ਨਹੀਂ ਬੇਟੇ, ਮੈਂ ਰੱਖ ਮੈਡਮ ਜੀ ਮੇਰੇ ਦਾਦੀ ਜੀ ਕਹਿੰਦੇ ਹੁੰਦੇ ਕੋਈ ਮਦਦ ਗੱਲ ਕਰਨੀ ਚਾਹੀਦੀ ਹੈ, ਸਾਨੂੰ ਸੀਸਾਂ ਮਿਲਦੀਆਂ। ਓਕੇ ਬੇਟਾ, ਵੈਰੀ ਗੁੱਡ, ਬਹੁਤ ਵਧੀਆ। ਮੈਡਮ ਜੀ ਉੱਪਰ ਪਰਸ ਫੜਾ ਦਿਓ, ਮੈਂ ਰੱਖਿਆ ਹੁਣ। ਨਹੀਂ ਬੇਟਾ ਥੈਂਕ ਯੂ, ਕੋਈ ਗੱਲ ਨਹੀਂ, ਮੈਂ ਰੱਖਾਂਗੀ। ਸਾਡੀ ਕਿਤਾਬਾਂ ਮੈਂ ਰੱਖਿਆ ਨਾ, ਕੋਈ ਨਹੀਂ ਸਰ ਜੀ ਰੱਖਿਆ ਨਹੀਂ। ਉਹ ਉਧਰ ਮੈਂ ਦਫ਼ਤਰ 'ਚ ਨਾ ਮੈਡਮ ਕੋ ਰੱਖਿਓਗੇ। ਠੀਕ ਹੈ ਜੀ। ਥੈਂਕ ਯੂ ਬੇਟਾ, ਸ਼ਾਬਾਸ਼। ਸਤਿ ਸ਼੍ਰੀ ਅਕਾਲ ਮੈਡਮ ਜੀ। ਸਤਿ ਸ਼੍ਰੀ ਅਕਾਲ। ਮੈਡਮ ਜੀ ਆ ਫਾਈਲਾਂ ਭੇਜੀਆਂ ਸੀ ਗੁਰਬਖਸ਼ ਕੌਰ ਮੈਡਮ ਨੇ ਤੁਹਾਡੇ ਲਈ। अंदर रखो बेटा, ਕੋਈ ਨਹੀਂ ਮੈਡਮ। अंदर हाँ जी बेटा, अंदर रख दो। गॉड ब्लेस बेटा, गॉड ब्लेस यू बेटा, गॉड ब्लेस। ਬਹੁਤ ਵਧੀਆ ਬੇਟੇ, ਤੁਹਾਡੇ ਵਿੱਚ ਮੋਰਲ ਵੈਲਿਊਜ਼ ਆ। ਸਾਡੇ ਸਕੂਲ ਨੂੰ ਤੁਹਾਡੇ ਤੇ ਮਾਣ ਹੈ। ਇੰਨੇ ਅੱਛੇ ਬੱਚੇ ਹੈਗੇ ਆ ਜਿਨ੍ਹਾਂ ਦੇ ਵਿੱਚ ਨੈਤਿਕ ਸਿੱਖਿਆ ਇੰਨੀ ਵਧੀਆ ਢੰਗ ਦੇ ਨਾਲ ਭਰੀ ਹੋਈ ਆ। ਬੇਟੇ ਤੁਸੀਂ ਸਕੂਲ ਦੇ ਨਾਲ ਨਾਲ ਆਪਣੇ ਘਰਾਂ ਦੇ ਵਿੱਚ ਵੀ ਇਹੋ ਜਿਹਾ ਹੀ ਦਿਖਾਉਣਾ ਆ। ਅਸੀਂ ਇਸ ਦੂਸਰੀ ਝਾਕੀ ਦੇ ਵਿੱਚ ਦਿਆਲੂ ਬਿਰਤੀ ਨੂੰ ਸਾਬਤ ਕਰਦੇ ਹੋਏ, ਪ੍ਰਮਾਣਿਤ ਕਰਦੇ ਹੋਏ ਜੋ ਦ੍ਰਿਸ਼ ਵੇਖਿਆ ਹੈ, ਇੱਕ ਐਕਟੀਵਿਟੀ ਦੇਖੀ ਹੈ, ਉਹਦੇ ਵਿੱਚ ਸਾਡੇ ਵਿਦਿਆਰਥੀ ਇੱਕ ਮਸਤੀ ਦੇ ਵਿੱਚ ਇਹ ਤੁਕਾਂ ਵੀ ਉਚਾਰਨ ਕਰ ਰਹੇ ਹਨ। ਕਰ ਭਲਾ ਹੋ ਭਲਾ, ਅੰਤ ਭਲੇ ਦਾ ਹੈ ਭਲਾ। ਔਰ ਇਹਦੇ ਨਾਲ ਹੀ ਜਦੋਂ ਉਹ ਕੈਂਪਸ ਵਿੱਚ ਦਾਖਲ ਹੁੰਦੇ ਹਨ, ਉਸੇ ਵੇਲੇ ਅਧਿਆਪਕ ਸਾਹਿਬਾਨ ਉੱਥੇ ਖੜੇ ਹਨ। ਉਹਨਾਂ ਕੁਝ ਸਕੂਲ ਦੀਆਂ ਕਿਤਾਬਾਂ ਹਨ, ਕੁਝ ਫਾਈਲਾਂ ਉਹਨੀ ਫੜੀਆਂ ਹੋਈਆਂ ਹਨ ਤੇ ਇਹਨਾਂ ਵਿਦਿਆਰਥੀਆਂ ਦੇ ਦਿਮਾਗ 'ਚ ਆਉਂਦਾ ਹੈ ਆਪਾਂ ਇੱਕ ਦੂਸਰੇ ਦੇ ਸਾਨੂੰ ਕੰਮ ਆਉਣਾ ਚਾਹੀਦਾ। ਛੋਟਿਆਂ ਦੇ ਕੰਮ ਵੀ ਆਉਣਾ ਚਾਹੀਦਾ, ਆਪਣੇ ਹਮ ਉਮਰ ਦੇ ਕੰਮ ਵੀ ਆਉਣਾ ਚਾਹੀਦਾ ਤੇ ਵੱਡਿਆਂ ਦੀ ਵੀ ਸਤਿਕਾਰਪੂਰਵਕ ਉਹਨਾਂ ਦੀ ਜਿੰਨੀ ਕੁ ਹੋ ਸਕਦੀ ਹੈ ਸਾਨੂੰ ਮਦਦ ਜਾਂ ਉਹਨਾਂ ਦਾ ਹੱਥ ਵਟਾਉਣਾ ਚਾਹੀਦਾ ਹੈ। ਆਓ ਸੂਤਰਧਾਰ ਤੋਂ ਇਹਨਾਂ ਦੀ ਪ੍ਰਸ਼ੰਸਾ ਵੀ ਸੁਣੀਏ ਤੇ ਆਪਾਂ ਇਸ ਰੋਲ ਪਲੇ ਦਾ ਆਨੰਦ ਵੀ ਮਾਣੀਏ। ਦੋ ਕੁੜੀਆਂ ਨੇ ਹਰਮਨ ਕੋਮਲ, ਪੜ੍ਹਾਈ ਖੂਬ ਤਾਂ ਕਰਦੀਆਂ ਨੇ। ਆਓ ਵੇਖੀਏ ਵਿੱਚ ਸਕੂਲੇ ਭਲੇ ਕੰਮ ਕੀ ਕਰਦੀਆਂ ਨੇ। ਦੋ ਕੁੜੀਆਂ ਨੇ ਹਰਮਨ ਕੋਮਲ, ਪੜ੍ਹਾਈ ਖੂਬ ਤਾਂ ਕਰਦੀਆਂ ਨੇ।
ਭਲੇ ਕੰਮ ਕੀ ਕਰਦੀਆਂ ਨੇ। ਜੀ ਪਿਆਰੇ ਬੱਚਿਓ, ਤੁਹਾਡਾ ਕੀ ਹਾਲ ਚਾਲ ਹੈ? ਠੀਕ ਠਾਕ ਹੋ? ਹਾਂਜੀ ਠੀਕ ਆ। ਪਿਆਰੇ ਬੱਚਿਓ, ਅੱਜ ਆਪਾਂ ਪੜ੍ਹਾਈ ਵੀ ਕਰਨੀ ਆ। ਉਹ ਤੋਂ ਪਹਿਲਾਂ ਅਸੀਂ 10 ਕੁ ਮਿੰਟ ਆਪਣੀਆਂ ਫੀਸਾਂ ਆਪਾਂ ਇਕੱਠੀਆਂ ਕਰ ਲੈਂਦੇ ਆ। ਸੋ ਹਰਮਨ ਬੇਟੇ, ਤੁਹਾਡੇ ਤੋਂ ਸ਼ੁਰੂ ਕਰਦੇ ਆ। ਲਿਆਓ ਆਪਣੀ ਫੀਸ। ਲਓ ਸਰ ਜੀ ਮੇਰੀ ਫੀਸ। ਚਲੋ ਸ਼ਾਬਾਸ਼ ਬੇਟੇ। ਹਰਮਨ ਨੂੰ ਤੈਨੂੰ ਬਕਾਇਆ ਮੈਂ ਬਾਅਦ ਵਿੱਚ ਜਮ੍ਹਾਂ ਕਰਵਾਉਣਾ। ਠੀਕ ਹੈ। ਓਕੇ ਬੇਟੇ। ਹਾਂਜੀ ਹੋਰ ਬੱਚੇ? ਹਾਂ ਕੋਮਲ ਬੇਟੇ, ਲਿਆਓ ਤੁਸੀਂ ਵੀ ਆਪਣੀ ਫੀਸ। ਸਰ ਜੀ ਲਓ ਮੇਰੀ ਫੀਸ। ਸ਼ਾਬਾਸ਼। ਚਲੋ ਤੈਨੂੰ ਵੀ ਹੁਣ ਪੁੱਤਰ ਬਾਕੀ ਫੀਸ ਇਕੱਠੀ ਕਰਕੇ ਬਕਾਇਆ ਤੈਨੂੰ ਬੇਟੇ ਵਾਪਸ ਕਰਨਾ ਹੈ। ਠੀਕ ਆ? ਓਕੇ ਵੈਰੀ ਗੁੱਡ ਬੇਟੇ, ਸ਼ਾਬਾਸ਼। ਹਾਂਜੀ ਹਾਂ ਦੀਪੀ, ਉੱਠੋ ਬੇਟੇ, ਤੁਸੀਂ ਵੀ ਆਪਣੀ ਫੀਸ ਲੈ ਆਓ। ਸਰ ਜੀ ਮੈਂ ਫੀਸ ਨਹੀਂ ਲਿਆਂਦੀ। ਸਰ ਜੀ ਮੈਂ ਫੀਸ ਨਹੀਂ ਲਿਆਂਦੀ। ਅੱਛਾ ਦੀਪੀ, ਤੂੰ ਤਾਂ ਬੜੀ ਪੜ੍ਹਨ ਵਾਲੀ ਗੁੱਡੀ ਆ, ਫੀਸ ਕਿਉਂ ਨਹੀਂ ਲੈਂਦੀ? ਅੱਜ ਕੀ ਗੱਲ ਹੋਈ? ਸਰ ਜੀ ਤੁਹਾਨੂੰ ਪਤਾ ਮੇਰੇ ਪਾਪਾ ਬਿਮਾਰ ਰਹਿੰਦੇ ਆ ਤੇ ਇਸ ਲਈ ਉਹਨਾਂ ਨੂੰ ਦਿਹਾੜੀ ਵੀ ਨਹੀਂ ਮਿਲੀ। ਮੈਂ ਤੁਹਾਨੂੰ ਅਗਲੇ ਮਹੀਨੇ ਫੀਸ ਲਿਆ ਦਾਂਗੀ। ਨਹੀਂ ਬੇਟੇ, ਤੂੰ ਪੜ੍ਹਨ ਵਾਲੀ ਗੁੱਡੀ ਆ, ਇਸ ਕਰਕੇ ਕੋਈ ਨਹੀਂ ਬੇਟੇ, ਤੇਰੀ ਫੀਸ ਮੈਂ ਆਪਣੇ ਕੋਲੋਂ ਦੇ ਦੂੰਗਾ। ਤੂੰ ਆਪਣਾ ਮਨ ਲਗਾ ਕੇ ਸਕੂਲ ਦੇ ਵਿੱਚ ਪੜ੍ਹਾਈ ਕਰਨੀ ਆ। ਸਰ ਜੀ ਦੀਪੀ ਦੀ ਫੀਸ ਮੇਰੀ ਫੀਸ ਵਿੱਚੋਂ ਕੱਟ ਲਿਓ। ਇਹਦੇ ਪਾਪਾ ਨਾ ਦਿਹਾੜੀ ਕਰਦੇ ਆ ਤਾਂ ਫਿਰ ਇਹਨਾਂ ਤੇ ਧਿਆਨ ਹੁੰਦੀ, ਇਸ ਲਈ ਮੇਰੇ ਵਿੱਚੋਂ ਕੱਟ ਲਿਓ। ਮੇਰੇ ਪਾਪਾ ਕਹਿੰਦੇ ਆ ਕਿ ਸਾਰਿਆਂ ਨੂੰ ਮਦਦ ਕਰਨੀ ਚਾਹੀਦੀ ਆ। ਠੀਕ ਹੈ। ਦੇਖਿਆ ਪਿਆਰੇ ਬੱਚਿਓ, ਤੁਹਾਡੇ ਸਕੂਲ ਦੇ ਵਿੱਚ ਹਰਮਨ ਵਰਗੀ ਇੱਕ ਦਿਆਲੂ ਕੁੜੀ ਆ, ਜਿਹਦੇ ਘਰਦਿਆਂ ਨੇ ਜਾਂ ਜਿਹਦੇ ਵਿੱਚ ਇਹ ਸੰਸਕਾਰ ਹੈਗਾ ਕਿ ਆਪਾਂ ਆਪਣੇ ਸਾਥੀਆਂ ਦੀ ਸਹਾਇਤਾ ਕਰਨੀ ਆ। ਸ਼ਾਬਾਸ਼ ਬੇਟੇ, ਤੇਰੀ ਫੀਸ ਤੋਂ ਮੈਂ ਦੀਪੀ ਤੇਰੀ ਫੀਸ ਮੈਂ ਕੱਟ ਲਵਾਂਗਾ। ਠੀਕ ਹੈ? ਹਾਂਜੀ ਬਈ ਮੁੰਡਿਓ, ਤੁਸੀਂ ਵੀ ਉੱਤੇ ਬੈਠੇ ਆ। ਹਾਂਜੀ ਰਾਮ ਪ੍ਰਸਾਦ, ਲਿਆ ਆਪਣੀ ਫੀਸ ਲਈ। ਸਰ ਜੀ ਮੈਨੂੰ ਫੀਸ ਲਿਆਉਂਦਾ ਜੀ ਚੇਤੇ ਭੁੱਲ ਗਿਆ ਜੀ। ਅੱਛਾ ਰਾਮ ਪ੍ਰਸਾਦ, ਤੈਨੂੰ ਚੇਤਾ ਭੁੱਲ ਗਿਆ ਫੀਸ ਦਾ, ਜਾਂ ਫਿਰ ਤੂੰ ਉਹੀ ਅੱਜ ਵੀ ਕੋਈ ਬਹਾਨਾ ਮਾਰ ਲਿਆ? ਸਰ ਜੀ ਮੇਰੇ ਪਿਤਾ ਜੀ ਨੇ ਜੀ ਦਿਹਾੜੀ ਕੀਤੀ ਸੀ, ਉੱਥੋਂ ਪੈਸੇ ਨਹੀਂ ਮਿਲੇ, ਕਹਿੰਦੇ ਜਦੋਂ ਮਿਲ ਜੂਗਾ ਕਿ ਮੈਂ ਤੁਹਾਡੀ ਫੀਸ ਤਾਰ ਦੂੰਗਾ ਜੀ। ਬੇਟੇ ਠੀਕ ਆ, ਕੋਈ ਨਹੀਂ, ਤੂੰ ਆਪਣੀ ਪੜ੍ਹਾਈ ਦੇ ਵਿੱਚ ਖਿਆਲ ਰੱਖਣਾ ਤੇ ਤੂੰ ਪੜ੍ਹਨ ਵਾਲਾ ਬੱਚਾ ਹੈ, ਕੋਈ ਗੱਲ ਨਹੀਂ, ਮੈਂ ਤੈਨੂੰ ਆਪਣੇ ਕੋਲ ਤੇ ਮੈਂ ਫੀਸ ਜਿਹੜੀ ਆ ਉਹ ਪੇ ਕਰ ਦੂੰਗਾ। ਠੀਕ ਹੈ? ਸਰ ਜੀ ਰਾਮ ਪ੍ਰਸਾਦ ਦੀ ਫੀਸ ਮੈਂ ਤਾਰ ਦਊਂਗੀ। ਅੱਛਾ ਬੇਟੇ। ਹਾਂਜੀ ਸਰ ਜੀ, ਇਹ ਸਾਡੇ ਨਾ ਨਾਨਕਿਆਂ ਦੇ, ਇਹ ਆਪਣੇ ਨਾਨਕਿਆਂ ਦੇ ਰਹਿੰਦਾ ਆ। ਇਹ ਨਾ ਸਾਡੇ ਮਹੱਲੇ ਵਿੱਚ ਰਹਿੰਦਾ। ਇਹਦੇ ਨਾਨਾ ਨਾਨੀ ਕੋਲ ਕੋਈ ਰੋਜ਼ਗਾਰ ਵੀ ਨਹੀਂ ਹੈਗਾ, ਤੇ ਇਸ ਕਰਕੇ ਇਹਨੇ ਨਾਨਾ ਨਾਨੀ ਕੋਲ ਜ਼ੋਰ ਗਿਆ। ਇਸ ਕਰਕੇ ਜਿਹੜੀ ਮੈਂ ਫੀਸ ਤੁਹਾਨੂੰ ਦਿੱਤੀ ਆ ਨਾ, ਇਹ ਤੁਸੀਂ ਨਾ ਮੇਰੇ ਵਿੱਚੋਂ ਕੱਟ ਦਿਓ। ਅਸੀਂ ਦਿਆਲੂ ਬਿਰਤੀ ਚੈਪਟਰ ਉਸ ਦੀ ਤੀਸਰੀ ਝਾਕੀ ਰੋਲ ਪਲੇ ਦੇ ਰੂਪ 'ਚ ਤੁਹਾਨੂੰ ਦਿਖਾਉਣ ਦੀ ਅਸੀਂ ਕੋਸ਼ਿਸ਼ ਕੀਤੀ ਹੈ। ਔਰ ਇਹਦੇ ਵਿੱਚ ਤੁਸੀਂ ਇਹ ਵੇਖਿਆ ਹੈ ਕਿ ਕਲਾਸ ਦੇ ਵਿੱਚ ਕਈ ਵਾਰੀ ਇਹੋ ਜਿਹੇ ਹਾਲਾਤ ਬਣ ਜਾਂਦੇ ਹਨ ਕਿ ਬੱਚਿਆਂ ਦੇ ਕੋਲ ਫੀਸ ਦੇਣ ਲਈ ਪੈਸੇ ਨਹੀਂ ਹੁੰਦੇ ਜਾਂ ਘੱਟ ਹੁੰਦੇ ਆ, ਕੁਝ ਘਰੇਲੂ ਆਰਥਿਕ ਹਾਲਾਤਾਂ ਕਰਕੇ। ਉਹ ਇਹੋ ਜਿਹੀ ਸਥਿਤੀ ਦੇ ਵਿੱਚ ਸਾਡੇ ਵਿਦਿਆਰਥੀਆਂ ਦਾ ਫਰਜ਼ ਬਣ ਜਾਂਦਾ ਹੈ, ਜਿਨ੍ਹਾਂ ਦੇ ਕੋਲ ਕੁਝ ਸਮਰੱਥਾ ਹੁੰਦੀ ਹੈ ਤੇ ਉਹਨਾਂ ਵਿੱਚ ਜੇ ਦਿਆਲੂ ਬਿਰਤੀ ਵੀ ਹੈ, ਹਮਦਰਦੀ ਦੀ ਭਾਵਨਾ ਵੀ ਹੈ, ਕਿਸੇ ਦੇ ਕੰਮ ਆਉਣ ਦਾ ਇੱਕ ਨੈਤਿਕ ਸਿੱਖਿਆ ਦਾ ਗੁਣ ਵੀ ਹੈ, ਤਾਂ ਉਹ ਇਸ ਤਰ੍ਹਾਂ ਦੇ ਸਮੇਂ ਦੇ ਵਿੱਚ ਸਕੂਲਾਂ ਦੇ ਵਿੱਚ ਉਹ ਕੰਮ ਆ ਸਕਦਾ ਹੈ। ਜਿਸ ਤਰ੍ਹਾਂ ਸਾਡੀਆਂ ਇਹਨਾਂ ਵਿਦਿਆਰਥਣਾਂ ਨੇ ਉਹਨਾਂ ਬੱਚਿਆਂ ਦੀ ਫੀਸ ਅਦਾ ਕਰਕੇ, ਚਾਹੇ ਉਹਨੇ ਪੂਰੀ ਕੀਤੀ ਹੈ ਜਾਂ ਅੱਧੀ ਕੀਤੀ ਹੈ, ਤੇ ਉਹਨਾਂ ਨੇ ਇੱਕ ਆਪਣਾ ਕਿਰਦਾਰ, ਨੈਤਿਕ ਸਿੱਖਿਆ ਵਾਲਾ, ਨੈਤਿਕ ਗੁਣਾਂ ਵਾਲਾ ਕਿਰਦਾਰ ਸਾਡੇ ਸਾਹਮਣੇ ਪੇਸ਼ ਕੀਤਾ ਹੈ। ਕੁਝ ਇਸ ਰੋਲ ਪਲੇ ਦੇ ਨਾਲ ਸੰਬੰਧਿਤ ਕੁਝ ਪ੍ਰਸ਼ਨ ਹਨ, ਕੁਝ ਵਿਵਹਾਰਕ ਕਾਰਜ ਹਨ, ਜਿਹੜੇ ਮੈਂ ਤੁਹਾਡੇ ਨਾਲ ਸਾਂਝੇ ਕਰਨ ਜਾ ਰਿਹਾ ਹਾਂ।
ਸਵਾਗਤ ਜ਼ਿੰਦਗੀ ਦੇ ਚੈਪਟਰ ਦਿਆਲੂ ਬਿਰਤੀ ਦੀ ਪ੍ਰਸ਼ਨਾਵਲੀ ਅਤੇ ਵਿਹਾਰਕ ਕਾਰਜ ਅਸੀਂ ਇਸ ਤਰ੍ਹਾਂ ਤਿਆਰ ਕਰ ਸਕਦੇ ਹਾਂ। ਊੜਾ ਪ੍ਰਸ਼ਨਾਵਲੀ। ਪਹਿਲੀ ਝਾਕੀ ਤੋਂ ਸਾਨੂੰ ਜੀਵਨ ਦੀਆਂ ਕਿਹੜੀਆਂ ਕਦਰਾਂ ਕੀਮਤਾਂ ਨੂੰ ਧਾਰਨ ਕਰਨ ਦੀ ਸਿੱਖਿਆ ਮਿਲਦੀ ਹੈ। ਦੂਸਰਾ ਪ੍ਰਸ਼ਨ, ਅੰਮ੍ਰਿਤ ਕਿਹੜੀ ਤੁਕ ਵਾਰ-ਵਾਰ ਦੁਹਰਾਉਂਦਾ ਹੈ, ਇਸ ਦਾ ਭਾਵ ਅਰਥ ਕੀ ਹੈ। ਦੂਜੀ ਝਾਕੀ ਵਿੱਚ ਅੰਮ੍ਰਿਤ ਅਤੇ ਬਿੰਦਰ ਮੈਡਮਾਂ ਦੀ ਕਿਹੜੀ ਸਹਾਇਤਾ ਕਰਦੇ ਹਨ। ਤੀਜੀ ਝਾਕੀ ਵਿੱਚ ਪੇਸ਼ ਹੋਏ ਵਿਦਿਆਰਥੀਆਂ ਦੇ ਆਪਸੀ ਸਹਿਯੋਗ ਤੋਂ ਸਾਨੂੰ ਕਿਹੜੀ ਨੈਤਿਕ ਸਿੱਖਿਆ ਦੀ ਜੋ ਪ੍ਰੇਰਨਾ ਮਿਲਦੀ ਹੈ। ਪਹਿਲੇ ਪ੍ਰਸ਼ਨ ਦਾ ਉੱਤਰ ਇਸ ਤਰ੍ਹਾਂ ਹੋਵੇਗਾ ਕਿ ਪਹਿਲੀ ਝਾਕੀ ਤੋਂ ਸਾਨੂੰ ਜੀਵਨ ਦੀ ਜਿਹੜੀ ਕਦਰ ਕੀਮਤ ਧਾਰਨ ਕਰਨ ਦੀ ਸਿੱਖਿਆ ਮਿਲਦੀ ਹੈ ਉਹ ਹੈ ਦਿਆਲੂ ਬਿਰਤੀ ਦੀ, ਹਮਦਰਦੀ ਦੀ ਭਾਵਨਾ ਦੀ, ਆਪਣੇ ਹਮ ਉਮਰ ਆਪਣੇ ਸਹਿਪਾਠੀਆਂ ਦੀ ਵਕਤ ਵੇਲੇ ਮੁਸੀਬਤ ਵੇਲੇ ਉਸ ਦੀ ਸਹਾਇਤਾ ਕਰਨ ਦੀ ਕਦਰ ਕੀਮਤ ਜਿਹੜੀ ਆ ਉਸ ਨੂੰ ਧਾਰਨ ਕਰਨ ਦੀ ਸਾਨੂੰ ਇਸ ਤੋਂ ਸਿੱਖਿਆ ਮਿਲਦੀ ਹੈ। ਅੰਮ੍ਰਿਤ ਕਿਹੜੀ ਤੁਕ ਵਾਰ-ਵਾਰ ਦੁਹਰਾਉਂਦਾ ਹੈ ਉਹ ਸਭ ਨੂੰ ਚੇਤੇ ਹੋ ਗਈ ਹੋਵੇਗੀ। ਕਰ ਭਲਾ ਹੋ ਭਲਾ ਅੰਤ ਭਲੇ ਦਾ ਹੈ ਭਲਾ। ਇਸ ਤੁਕ ਦਾ ਭਾਵ ਅਰਥ ਇਹ ਹੈ ਕਿ ਜੇਕਰ ਅਸੀਂ ਦੂਸਰੇ ਦਾ ਭਲਾ ਕਰਦੇ ਹਾਂ ਤੇ ਇਸ ਦੇ ਨਾਲ ਆਪਣਾ ਹੀ ਭਲਾ ਹੁੰਦਾ ਹੈ। ਦੂਸਰੀ ਝਾਕੀ ਵਿੱਚ ਅੰਮ੍ਰਿਤ ਅਤੇ ਬਿੰਦਰ ਮੈਡਮਾਂ ਦੀ ਸਹਾਇਤਾ ਜੋ ਕਰਦੇ ਹਨ, ਤੁਸੀਂ ਵੇਖਿਆ ਹੈ ਕਿ ਮੈਡਮਾਂ ਦੇ ਕੋਲ ਜੋ ਸਕੂਲ ਦੀਆਂ ਫਾਈਲਾਂ ਹਨ, ਅਧਿਆਪਕਾਂ ਦੇ ਕੋਲ ਜੋ ਸਕੂਲ ਦੀਆਂ ਬੁੱਕਸ ਹਨ, ਕਿਤਾਬਾਂ ਹਨ, ਉਹਨਾਂ ਦੇ ਕੋਲੋਂ ਉਹ ਫਾਈਲਾਂ ਅਤੇ ਜਿਹੜੀ ਕਿਤਾਬਾਂ ਹਨ, ਪੁਸਤਕਾਂ ਹਨ ਸਕੂਲ ਦੀਆਂ, ਉਹ ਅਧਿਆਪਕ ਕੋਲੋਂ ਪਕੜ ਕੇ ਅਤੇ ਉਹ ਪ੍ਰਿੰਸੀਪਲ ਮੈਡਮ ਜੀ ਕੋਲ ਲੈ ਕੇ ਜਾਂਦੇ ਹਨ। ਤੀਜੀ ਝਾਕੀ ਦੇ ਵਿੱਚ ਆਪਸੀ ਸਹਿਯੋਗ ਦੀ ਸਾਨੂੰ ਬੜੀ ਵੱਡੀ ਇੱਕ ਉਦਾਹਰਨ ਮਿਲਦੀ। ਸਕੂਲਾਂ ਦੇ ਵਿੱਚ ਅਕਸਰ ਕਈ ਵਾਰ ਕੁਛ ਵਿਦਿਆਰਥੀ ਇਸ ਤਰ੍ਹਾਂ ਦੇ ਵੀ ਅੱਛੇ ਪੜ੍ਹਨ ਵਾਲੇ ਹੁੰਦੇ ਹਨ, ਪਰੰਤੂ ਘਰ ਦੀ ਆਰਥਿਕ ਹਾਲਤ ਪੇਤਲੀ ਹੋਣ ਕਾਰਨ ਜਾਂ ਕਹਿ ਸਕਦੇ ਹਾਂ ਗਰੀਬੀ ਹੋਣ ਕਾਰਨ ਜਾਂ ਕੁਝ ਹੋਰ ਹਾਲਾਤਾਂ ਕਾਰਨ ਕਿਸੇ ਤਰ੍ਹਾਂ ਆਰਥਿਕ ਤੰਗੀ ਵੀ ਹੋ ਸਕਦੀ ਹੈ, ਤਾਂ ਕੁਝ ਇੱਕ ਬੱਚਿਆਂ ਨੂੰ ਇਸ ਤਰ੍ਹਾਂ ਦੀ ਹਲਕੀ ਫੁਲਕੀ ਜਾਂ ਫੀਸ ਦੇ ਦੇਣ ਦੀ ਇੱਕ ਜੇ ਮਦਦ ਮਿਲ ਜਾਵੇ ਵਿਦਿਆਰਥੀਆਂ ਇਹਨਾਂ ਕੋਲੋਂ ਹੀ ਜੇ ਸ਼ੁਰੂ ਹੋ ਜਾਵੇ ਤਾਂ ਉਹ ਇੱਕ ਬਹੁਤ ਵੱਡੀ ਪ੍ਰਾਪਤੀ ਹੁੰਦੀ ਹੈ ਸਕੂਲ ਦੀ ਵੀ ਅਤੇ ਉਹਨਾਂ ਵਿਦਿਆਰਥੀਆਂ ਦੀ ਵੀ, ਕਿਉਂਕਿ ਇੱਦਾਂ ਦੇ ਆਪਸੀ ਸਹਿਯੋਗ ਦੇ ਨਾਲ ਅਸੀਂ ਦੂਜਿਆਂ ਦੀ ਸਹਾਇਤਾ ਕਰਨ ਦੀ ਇੱਕ ਬਹੁਤ ਵੱਡੀ ਨੈਤਿਕ ਕਦਰ ਕੀਮਤ ਜਿਹੜੀ ਹੈ, ਦੂਸਰੇ ਸ਼ਬਦਾਂ 'ਚ ਨੈਤਿਕ ਸਿੱਖਿਆ ਜਿਹੜੀ ਹੈ ਉਸ ਨੂੰ ਆਪਣੇ ਸੁਭਾਅ ਦਾ ਅੰਗ ਬਣਾ ਲੈਂਦੇ ਹਾਂ। ਦਿਆਲੂ ਬਿਰਤੀ ਚੈਪਟਰ ਦੇ ਵਿਹਾਰਕ ਕਾਰਜਾਂ ਬਾਰੇ ਵੀ ਅਧਿਆਪਕ ਸਾਹਿਬਾਨ ਦੇ ਨਾਲ ਕੁਝ ਗੱਲਾਂ ਸਾਂਝੀਆਂ ਕਰਨ ਵਾਲੀਆਂ ਹਨ। ਅਧਿਆਪਕ ਸਾਹਿਬਾਨ ਵੱਲੋਂ ਵਿਦਿਆਰਥੀਆਂ ਨੂੰ ਅੱਧੀ ਛੁੱਟੀ ਵੇਲੇ ਇਕੱਠਿਆਂ ਰਲ ਬੈਠ ਕੇ ਖਾਣਾ ਖਾਣ ਬਾਰੇ ਕਹਿਣਾ ਚਾਹੀਦਾ ਹੈ ਅਤੇ ਇਸ ਕਿਰਿਆ ਨੂੰ ਵਿੱਚ ਵਿਚਾਲੇ ਦੇਖਣਾ ਵੀ ਚਾਹੀਦਾ ਹੈ। ਇਸੇ ਤਰ੍ਹਾਂ ਇਸ ਚੈਪਟਰ ਵਿੱਚੋਂ ਦਿਆਲੂ ਬਿਰਤੀ ਵਾਲੇ ਪਾਤਰਾਂ ਦੇ ਆਪਾਂ ਨਾਂ ਉਗਣਵੇਂ ਰੰਗਾਂ ਵਿੱਚ ਲਿਖਵਾ ਕੇ ਅਤੇ ਉਹਨਾਂ ਨੂੰ ਦਿਆਲੂ ਬਿਰਤੀ ਨੂੰ ਦਰਸਾਉਂਦਾ ਹੋਇਆ ਇੱਕ ਬੜਾ ਖੂਬਸੂਰਤ ਚਾਰਟ ਵੀ ਬੱਚਿਆਂ ਕੋਲੋਂ ਬਣਵਾ ਸਕਦੇ ਹਾਂ। ਇਸੇ ਪ੍ਰਕਾਰ ਸਕੂਲ ਦੇ ਵਿਦਿਆਰਥੀਆਂ ਵੱਲੋਂ, ਕਲਾਸ ਦੇ ਵਿਦਿਆਰਥੀਆਂ ਵੱਲੋਂ ਆਪਣੇ ਸਮਾਜ ਵਿੱਚ, ਚੌਗਿਰਦੇ ਵਿੱਚ ਦਿਆਲੂ ਸੁਭਾਅ ਨਾਲ ਕਿਸੇ ਦੀ ਜੀ ਉਹਨਾਂ ਵੱਲੋਂ ਕੋਈ ਸਹਾਇਤਾ ਕੀਤੀ ਗਈ ਹੋਵੇ, ਉਹਨਾਂ ਨੇ ਕੋਈ ਭਲੇ ਦਾ ਕਾਰਜ ਕੀਤਾ ਹੋਵੇ, ਬਜ਼ੁਰਗਾਂ, ਬੱਚਿਆਂ ਅਤੇ ਲੋੜਵੰਦਾਂ ਦੀ ਕੀਤੀ ਕੋਈ ਸਹਾਇਤਾ ਦਾ ਉਹਨਾਂ ਦੇ ਕੋਲ ਕੋਈ ਯਾਦ ਹੋਵੇ ਜਾਂ ਉਹਨਾਂ ਕੋਲ ਕੋਈ ਇੱਦਾਂ ਦਾ ਕੋਈ ਜਾਣਕਾਰੀ ਹੋਵੇ, ਗਿਆਨ ਹੋਵੇ, ਤਾਂ ਉਹਨਾਂ ਕੋਲੋਂ ਆਪਾਂ ਇੱਕ ਲਿਖਤ ਲਿਖਵਾ ਸਕਦੇ ਹਾਂ। ਇਹ ਚੈਪਟਰ ਦਿਆਲੂ ਬਿਰਤੀ ਵਾਲਾ ਚੈਪਟਰ ਤੁਸੀਂ 3 ਝਾਕੀਆਂ ਦੇ ਵਿੱਚ ਇੱਕ ਰੋਲ ਪਲੇ ਦੇ ਰੂਪ ਦੇ ਵਿੱਚ ਤੁਸੀਂ ਵੇਖਿਆ ਹੈ। ਆਓ ਸਾਰੇ ਰਲ ਕੇ ਸਿੱਖਿਆ ਵਿਭਾਗ ਦੇ ਇਸ ਨਵੇਂ ਵਿਸ਼ੇ ਸਵਾਗਤ ਜ਼ਿੰਦਗੀ ਦੇ ਵਿੱਚ ਸ਼ਾਮਲ ਕੀਤੀਆਂ ਗਈਆਂ ਕਿਰਿਆਵਾਂ ਪਹਿਲੀ ਸ਼੍ਰੇਣੀ ਤੋਂ ਲੈ ਕੇ 12ਵੀਂ ਸ਼੍ਰੇਣੀ ਤੱਕ ਦੇ ਸਾਰੇ ਜਿੰਨੇ ਚੈਪਟਰ ਹਨ, ਆਪਾਂ ਉਹਨਾਂ ਸਾਰਿਆਂ ਦਾ ਭਰਪੂਰ ਆਨੰਦ ਮਾਣੀਏ। ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ। ਸਤਿ ਸ਼੍ਰੀ ਅਕਾਲ।